अस्सलाम वालेकुम। मैं उम्मीद करदा कि सारे दोस्त ठीक ठाक होणगे ਤੇ ਬੜੀ ਤੰਦਰੁਸਤੀ ਅਤੇ ਸਿਹਤ ਵਾਲੀ ਜ਼ਿੰਦਗੀ ਬਸਰ ਕਰ ਰਹੇ ਹੋਣਗੇ। ਅੱਲਾ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਅਤੇ ਤੁਹਾਡੇ ਮਾਲ ਡੰਗਰ ਦੀ ਹਮੇਸ਼ਾ ਖੈਰ ਰਵੇ। ਅੱਜ ਇਸ ਟੌਪਿਕ 'ਤੇ ਅਸੀਂ ਗੱਲ ਕਰਾਂਗੇ। ਉਹਦੇ ਵਿੱਚ ਅਕਸਰ ਮੇਰੇ ਦੋਸਤਾਂ ਦਾ ਇਹ ਸਵਾਲ ਹੁੰਦਾ ਕਿ ਜਾਨਵਰ ਚਾਰਾ ਖਾਣਾ ਛੱਡ ਗਿਆ ਜੀ, ਜਾਨਵਰ ਚਾਰਾ ਨਹੀਂ ਖਾ ਰਿਹਾ। ਇਹਦੀਆਂ ਮੁਖਤਲਿਫ ਵਜੂਹਾਤ ਨੇ, ਜਿਨ੍ਹਾਂ ਵਿੱਚੋਂ ਇੱਕ ਅਫਾਰਾ ਵੀ ਮੇਨ ਵਜੂਹਾਤ ਹੈ। ਅਸੀਂ ਹੋਰ ਵੀ ਜਿਹੜੀਆਂ ਵਜੂਹਾਤ ਨੇ ਉਹਨਾਂ ਦੇ ਉੱਤੇ ਡਿਸਕਸ ਕਰਾਂਗੇ, ਲੇਕਿਨ ਅਸੀਂ ਅਫਾਰੇ ਨੂੰ ਜ਼ਰਾ ਡਿਟੇਲ ਨਾਲ ਡਿਸਕਸ ਕਰਾਂਗੇ। ਸਭ ਤੋਂ ਪਹਿਲੇ ਮੇਨ ਸਵਾਲ ਹੈ ਕਿ ਜਾਨਵਰ ਚਾਰਾ ਕਿਉਂ ਛੱਡ ਜਾਂਦਾ ਹੈ। ਇਹਦੀਆਂ ਕੁਝ ਵਜੂਹਾਤ ਨੇ, ਜਿਸ ਤਰ੍ਹਾਂ ਕਿ ਜਾਨਵਰ ਦਾ ਮਿਹਦਾ ਠੀਕ ਨਹੀਂ ਹੈ, ਜਿਹਦੀ ਵਜ੍ਹਾ ਨਾਲ ਉਹਨੂੰ ਭੁੱਖ ਨਹੀਂ ਲੱਗਦੀ ਪਈ। ਜਾਨਵਰ ਨੂੰ ਅਫਾਰਾ ਹੋਇਆ, ਗੈਸ ਹੋਈ ਹੈ। ਜਾਨਵਰ ਦੇ ਪੇਟ 'ਚ ਕੀੜੇ ਨੇ। ਜਾਨਵਰ ਨੂੰ ਤੁਸੀਂ ਗਲਿਆ ਸੜਿਆ ਬਦਬੂਦਾਰ ਖਾਣਾ ਦੇ ਰਹੇ ਹੋ, ਖੁਰਾਕ ਦੇ ਰਹੇ ਹੋ। ਸਰਦੀ ਦੀ ਵਜ੍ਹਾ ਤੋਂ ਜਾਂ ਜ਼ਿਆਦਾ ਗਰਮੀ ਦੀ ਵਜ੍ਹਾ ਤੋਂ ਵੀ ਅਕਸਰ ਜਾਨਵਰ ਜਿਹੜੇ ਨੇ ਉਹ ਚਾਰਾ ਛੱਡ ਜਾਂਦੇ ਨੇ। ਉਹਨੂੰ ਕੋਈ ਜਿਸਮਾਨੀ ਮਸਲਾ ਹੈ, ਬੁਖਾਰ ਹੈ, ਇਨਫੈਕਸ਼ਨ ਹੈ, ਜਾਂ ਉਹਦੇ ਮੂੰਹ ਵਿੱਚ ਛਾਲੇ ਨਿਕਲੇ ਨੇ, ਜਾਂ ਅਕਸਰ ਕੋਈ ਦਾੜ ਦੰਦ ਦਾ ਮਸਲਾ ਬਣਿਆ ਹੁੰਦਾ ਹੈ, ਜਾਂ ਬਾਅਦ ਦਫਾ ਜਾਨਵਰਾਂ ਨੂੰ ਪਾਣੀ ਘੱਟ ਮਿਲਦਾ, ਪਾਣੀ ਨਹੀਂ ਮਿਲਦਾ। ਫਿਰ ਵੀ ਜਾਨਵਰ ਜਿਹੜੇ ਨੇ ਉਹ ਬੱਝੇ ਹੋਏ ਜਾਨਵਰ, ਉਹਨਾਂ ਨੂੰ ਅਗਰ ਪਾਣੀ ਨਾ ਦਿਖਾਇਆ ਜਾਏ, ਟਾਈਮ ਨਾਲ ਨਾ ਪਿਲਾਇਆ ਜਾਏ, ਜਾਂ ਪਾਣੀ ਗੰਦਾ ਪਿਲਾਇਆ ਜਾਵੇ, ਫਿਰ ਵੀ ਉਹ ਚਾਰਾ ਖਾਣਾ ਜਿਹੜਾ ਨਾ ਉਹ ਘੱਟ ਕਰ ਦਿੰਦੇ ਨੇ। ਇਹ ਜ਼ਿਆਦਾ ਦੇਖਿਆ ਗਿਆ ਕਿ ਜ਼ਿਆਦਾਤਰ ਜਾਨਵਰ ਬਰਸਾਤ ਦੇ ਮੌਸਮ 'ਚ ਜਿਹੜਾ ਚਾਰਾ ਖਾਣਾ ਨਾ ਉਹ ਛੱਡ ਦਿੰਦੇ ਨੇ। ਉਹਦੀ ਮੇਨ ਵਜ੍ਹਾ ਇਹ ਹੁੰਦੀ ਹੈ ਕਿ ਚਾਰਾ ਜਿਹੜਾ ਨਾ ਉਹ ਬਰਸਾਤ ਦੇ ਪਾਣੀ ਦੀ ਵਜ੍ਹਾ ਨਾਲ ਜਿਹੜਾ ਉਹ ਨਮ ਹੋ ਗਿਆ ਹੁੰਦਾ, ਖ਼ਰਾਬ ਹੋ ਗਿਆ ਹੁੰਦਾ, ਉਹਦੇ 'ਚ ਬਦਬੂ ਆਉਣਾ ਸ਼ੁਰੂ ਹੋ ਜਾਂਦੀ ਹੈ, ਫੰਗਸ ਲੱਗ ਜਾਂਦੀ ਹੈ। ਅਕਸਰ ਮਕਈ ਨੂੰ ਜਾਂ ਬਰਸੀਮ ਦੇ ਮੌਸਮ ਬਰਸੀਮ ਜਿਹੜਾ ਬਦਬੂਦਾਰ ਹੋ ਜਾਂਦਾ, ਖਮੀਰਾ ਹੋ ਜਾਂਦਾ, ਠੀਕ ਹੈ। ਅਤੇ ਜਾਨਵਰ ਬਦਬੂਦਾਰ ਜਿਹੜਾ ਖਾਣਾ ਉਹਨਾਂ ਨੂੰ ਸੁੰਘ ਕੇ ਖਾਣ ਤੋਂ ਇਨਕਾਰ ਕਰ ਦਿੰਦੇ ਨੇ। ਮੌਸਮੀ ਜਿਹੜੀ ਵਜ੍ਹਾ ਤੋਂ, ਗਿੱਲਾ ਚਾਰਾ ਖਾਣ ਦੀ ਵਜ੍ਹਾ ਤੋਂ ਜਾਂ ਬਦਬੂਦਾਰ ਖਾਣਾ ਖਾਣ ਦੀ ਵਜ੍ਹਾ ਤੋਂ ਜਾਨਵਰ ਦੇ ਮਿਹਦੇ 'ਚ ਗੈਸ ਹੋ ਜਾਂਦੀ ਹੈ। ਜਦੋਂ ਜਾਨਵਰ ਜ਼ਿਆਦਾ ਗਿੱਲਾ ਚਾਰਾ ਖਾਂਦੇ ਨੇ, ਬਾਰਿਸ਼ ਦੀ ਵਜ੍ਹਾ ਤੋਂ ਜਿਹੜਾ ਚਾਰਾ ਜਿਹੜਾ ਉਹ ਨਮ ਜ਼ਿਆਦਾ ਹੋ ਜਾਂਦਾ ਨਾ, ਉਹ ਖਾਂਦੇ ਨੇ, ਉਹਦੀ ਵਜ੍ਹਾ ਨਾਲ ਉਹਨਾਂ ਨੂੰ ਅਫਾਰਾ ਹੋ ਜਾਂਦਾ, ਆਲੂਦਾ ਪਾਣੀ ਹੁੰਦਾ, ਆਲੂਦਾ ਖੁਰਾਕ ਹੁੰਦੀ ਹੈ। ਬਰਸਾਤ ਦੇ ਮੌਸਮ 'ਚ ਜ਼ਿਆਦਾ ਮੱਛਰ ਹੁੰਦੇ ਨੇ, ਕੀੜੇ ਮਕੌੜੇ, ਬਿਮਾਰੀਆਂ ਜ਼ਿਆਦਾ ਫੈਲਦੀਆਂ ਨੇ। ਜਦੋਂ ਕਿਸੇ ਜਾਨਵਰ ਨੂੰ ਅਫਾਰਾ ਹੋ ਜਾਂਦਾ ਨਾ, ਉਹਦਾ ਪੇਟ, ਖ਼ਾਸ ਤੌਰ 'ਤੇ ਬਾਈਂ ਪੇਟ, ਬਾਈਂ ਸਾਈਡ ਜਿਹੜੀ ਜਿਹਨੂੰ ਬਾਈਂ ਵੱਖੀ ਕਹਿੰਦੇ ਨੇ, ਉਹ ਫੁੱਲ ਜਾਂਦੀ ਹੈ। ਉਹ ਜਾਨਵਰ ਸਾਂਸ ਤੇਜ਼ ਲੈਂਦਾ, ਖੜ੍ਹਾ ਹੁੰਦਾ, ਕਦੀ ਬੈਠ ਜਾਂਦਾ, ਖਾਣਾ ਨਹੀਂ ਖਾਂਦਾ, ਮੂੰਹ ਖੋਲ੍ਹ ਕੇ ਸਾਂਸ ਲੈਂਦਾ। ਇਹ ਅਫਾਰੇ ਦੀਆਂ ਨਿਸ਼ਾਨੀਆਂ ਨੇ। ਇਹਦਾ ਇੱਕ ਦੇਸੀ ਟੋਟਕਾ ਜਿਹੜਾ ਤੁਸੀਂ ਲਾ ਸਕਦੇ ਹੋ, ਨੋਟ ਕਰ ਲੈਣਾ। ਮਿੱਠਾ ਸੋਡਾ ਨੀਮ ਗਰਮ ਪਾਣੀ 'ਚ ਪਾ ਕੇ, ਜਾਂ ਮਿੱਠਾ ਸੋਡਾ ਸਰਸੋਂ ਦੇ ਤੇਲ 'ਚ ਕੋਈ 250 ml ਲੈ ਕੇ ਨਾ, ਕੋਈ ਪਾਈਆ, ਉਹਦੇ 'ਚ ਮਿੱਠਾ ਸੋਡਾ ਪਾ ਕੇ ਉਹਨੂੰ ਦੇਣਾ। ਸੌਂਫ, ਜਵੈਣ, ਕਾਲਾ ਨਮਕ ਬਰਾਬਰ ਮਿਕਦਾਰ 'ਚ ਪਾ ਕੇ ਪੀਸ ਕੇ ਪਾਣੀ 'ਚ ਹੱਲ ਕਰਕੇ ਇਹ ਵੀ ਪਿਆਇਆ ਜਾ ਸਕਦਾ ਜੀ। ਪਹਿਲਾ ਨੁਸਖਾ ਹੈਗਾ ਮਿੱਠਾ ਸੋਡਾ ਪਾਣੀ 'ਚ ਪਾ ਕੇ, ਜਾਂ ਮਿੱਠਾ ਸੋਡਾ ਸਰਸੋਂ ਦੇ ਤੇਲ 'ਚ ਪਾ ਕੇ ਉਹਨੂੰ ਪਿਲਾਉਣਾ ਤੁਸੀਂ। ਦੂਸਰਾ ਨੁਸਖਾ ਹੈਗਾ ਸੌਂਫ, ਜਵੈਣ, ਕਾਲਾ ਨਮਕ। ਇਹਨੂੰ ਬਰਾਬਰ ਵਜ਼ਨ 'ਚ ਲੈ ਕੇ ਪਾਣੀ 'ਚ ਪਾ ਕੇ ਪਿਲਾਓਗੇ ਅਤੇ ਇਹਦੇ ਨਾਲ ਵੀ ਅਫਾਕਾ ਹੋ ਜਾਏਗਾ, ਜਿਹੜੇ ਜਾਨਵਰਾਂ ਨੂੰ ਅਫਾਰਾ ਹੋਇਆ ਹੋਵੇ। ਇਹਦੇ ਵਾਸਤੇ ਫੌਰੀ ਰਿਲੀਫ ਵਾਸਤੇ ਤੁਸੀਂ ਕੋਈ ਡਾਕਟਰੀ ਤਰੀਕਾ ਵੀ ਇਸਤੇਮਾਲ ਕਰ ਸਕਦੇ ਹੋ। ਨੁਸਖੇ ਦੇ ਨਾਲ ਨਾਲ ਤੁਸੀਂ ਉਹਨੂੰ ਇੰਜੈਕਸ਼ਨ ਐਟਰੋਪਿਨ ਸਲਫੇਟ ਲਾ ਸਕਦੇ ਹੋ ਜੀ, 5 ml। ਉਹਨੂੰ ਅਗਰ ਦਰਦ ਜ਼ਿਆਦਾ ਹੈ, ਮਹਿਸੂਸ ਕਰਦਾ ਪਿਆ, ਤਾਂ ਇੰਜੈਕਸ਼ਨ ਉਹਨੂੰ ਮਲਕਸੀਕਮ ਜਾਂ ਐਟਰੋਪਿਨ ਜਾਂ ਐਟਰੋਪਰੋਫਿਨ ਲਾ ਸਕਦੇ ਹੋ। ਅਗਰ ਸੋਜ਼ਸ਼ ਹੋ ਜਾਂਦੀ ਕਿਸੇ ਕਿਸਮ ਦੀ, ਤੁਹਾਨੂੰ ਡੈਕਸਾਮੈਥਾਸੋਨ ਲਾ ਸਕਦੇ ਹੋ। ਅਫਾਰੇ ਵਿੱਚ ਆਖਰੀ ਫਾਈਨਲ ਹੱਲ ਜਿਹੜਾ ਹੈ, ਅਗਰ ਨਹੀਂ ਫਰਕ ਪੈ ਰਿਹਾ, ਅਤੇ ਉਹ ਟਰੋਕਰ ਕਨੋਲਾ ਜਾਂ ਜਿਹਨੂੰ ਸੁਆ ਮਾਰਨਾ ਕਹਿੰਦੇ ਨੇ, ਉਹ ਕੀਤਾ ਜਾ ਸਕਦਾ। ਲੇਕਿਨ ਤੁਸੀਂ ਆਪ ਖੁਦ ਕਦੀ ਵੀ ਉਹਦਾ ਤਜਰਬਾ ਨਹੀਂ ਕਰਨਾ। ਉਹਦੇ ਵਾਸਤੇ ਬੜੇ ਐਕਸਪਰਟ ਡਾਕਟਰ ਨੂੰ ਬੁਲਾਉਣਾ, ਜਿਹੜਾ ਕਿ ਬੜੀ ਇਹਤਿਆਤ ਨਾਲ ਉਹਨੂੰ ਸਾਰੇ ਜਿਹੜੇ ਉਹਦੇ ਲਵਾਜ਼ਮਾਤ ਪੂਰੇ ਕਰਨ ਤੋਂ ਬਾਅਦ ਕਰੇ। ਪਹਿਲੇ ਹਿੱਸੇ 'ਚ ਅਸੀਂ ਡਿਸਕਸ ਕੀਤਾ ਹੈ ਕਿ ਜਾਨਵਰ ਜਿਹੜਾ ਚਾਰਾ ਨਾ ਉਹ ਅਫਾਰੇ ਦੀ ਵਜ੍ਹਾ ਤੋਂ ਵੀ ਖਾਣਾ ਬੰਦ ਕਰ ਸਕਦਾ। ਹੁਣ ਦੂਸਰੇ ਹਿੱਸੇ 'ਚ ਅਸੀਂ ਦੇਖ ਸਕਦੇ ਹਾਂ ਕਿ ਜਾਨਵਰ ਨੂੰ ਭੁੱਖ ਨਹੀਂ ਲੱਗ ਰਹੀ, ਉਹਦਾ ਨਿਜ਼ਾਮ ਜਿਹੜਾ ਨਾ ਮਿਹਦਾ, ਉਹ ਠੀਕ ਕੰਮ ਨਹੀਂ ਕਰ ਰਿਹਾ, ਜਿਹਦੀ ਵਜ੍ਹਾ ਨਾਲ ਜਾਨਵਰ ਸੁਸਤ ਹੋ ਰਿਹਾ, ਤਾਂ ਵਜ਼ਨ ਕਮ ਹੋ ਰਿਹਾ। ਉਹਦੇ ਵਾਸਤੇ ਅਸੀਂ ਦੇਸੀ ਨੁਸਖਾ ਸਭ ਤੋਂ ਪਹਿਲੇ ਸੌਂਫ, ਜਵੈਣ, ਕਾਲਾ ਨਮਕ ਵਾਲਾ ਵੀ ਯੂਜ਼ ਕਰ ਸਕਦੇ। ਇਸ ਤੋਂ ਇਲਾਵਾ ਇੱਕ ਮੇਥੀ ਦਾਣਾ, ਕਲਵੰਜੀ ਅਤੇ ਗੁੜ ਨੂੰ ਮਿਕਸ ਕਰਕੇ ਵੀ ਦੇ ਸਕਦੇ, ਠੀਕ ਹੈ। ਇਹਦੇ ਨਾਲ ਨਾਲ ਇੱਕ ਡਾਕਟਰੀ ਤਰੀਕਾ ਜਿਹੜਾ ਅਸੀਂ ਇੰਜੈਕਸ਼ਨ ਯੂਜ਼ ਕਰ ਸਕਦੇ ਹਾਂ, ਵਿਟਾਮਿਨ B ਕੰਪਲੈਕਸ ਦੇ, ਵਿਟਾਮਿਨ AD3 ਦੇ, ਰੋਮਨ ਬੋਸਟਰ ਨੂੰ ਦਿਓ ਪਾਊਡਰ, ਯੀਸਟ ਪਾਊਡਰ ਦਿਓ, ਯੀਸਟ ਬੇਸ, ਤਾਂ ਕਿ ਉਹਦਾ ਮਿਹਦਾ ਜਿਹੜਾ ਉਹ ਚੱਲਣਾ ਸ਼ੁਰੂ ਹੋਵੇ। ਉਹਨੂੰ ਤਾਕਤ ਵਾਲੇ ਇੰਜੈਕਸ਼ਨ AD3, ਵਿਟਾਮਿਨ B ਕੰਪਲੈਕਸ ਵਾਲੇ ਲਾਣੇ ਚਾਹੀਦੇ ਨੇ। ਉਸ ਤੋਂ ਇਲਾਵਾ ਉਹਨੂੰ ਰੋਮਨ ਬੋਸਟਰ ਦੇਣਾ ਚਾਹੀਦਾ, ਐਲਵੀਜੈਸਟ ਪਾਊਡਰ ਦੇਣਾ ਚਾਹੀਦਾ, ਤਾਂ ਕਿ ਉਹਦਾ ਮਿਹਦਾ ਜਿਹੜਾ ਨਾ ਉਹ ਸੈੱਟ ਹੋਵੇ, ਉਹਦੀ ਭੁੱਖ ਜਿਹੜੀ ਉਹ ਵਧੇ, ਅਤੇ ਉਹ ਆਪਣਾ ਦੁਬਾਰਾ ਆਪਣੀ ਚਾਰੇ ਦੀ ਰੂਟੀਨ 'ਤੇ ਆਵੇ। ਤੀਸਰੀ ਵਜ੍ਹਾ ਜਿਹਦੀ ਵਜ੍ਹਾ ਤੋਂ ਜਾਨਵਰ ਚਾਰਾ ਖਾਣਾ ਛੱਡ ਸਕਦੇ ਨੇ, ਉਹ ਹੈਗੀ ਹੈ ਕਬਜ਼ ਦੀ। ਬਾਅਦ ਜਾਨਵਰ
ਬੱਝੇ ਹੁੰਦੇ ਨੇ, ਉਹ ਆਪਣਾ ਨੌਕਰਾਂ ਦੇ ਹੀ ਰਹਿਮੋ ਕਰਮ 'ਤੇ ਹੁੰਦੇ ਨੇ। ਉਹਨਾਂ ਨੂੰ ਜਦੋਂ ਪਾਣੀ ਨਹੀਂ ਜ਼ਿਆਦਾ ਮਿਲਦਾ ਤਾਂ ਉਹਨਾਂ ਨੂੰ ਕਬਜ਼ ਹੋ ਜਾਂਦੀ, ਜਿਹਦੀ ਵਜ੍ਹਾ ਨਾਲ ਉਹਨਾਂ ਦਾ ਮਿਹਦਾ ਜਾਮ ਹੋ ਜਾਂਦਾ ਹੈ। ਉਹ ਆਪਣਾ ਖਾਣਾ ਖਾਣਾ ਜਿਹੜਾ ਉਹ ਘੱਟਦੇ ਜਾਂਦੇ ਨੇ। ਉਹਨਾਂ ਵਾਸਤੇ ਦੇਸੀ ਨੁਸਖਾ ਅਸੀਂ ਗੁੜ ਅਤੇ ਸਰਸੋਂ ਦਾ ਤੇਲ ਯੂਜ਼ ਕਰ ਸਕਦੇ ਹਾਂ। ਠੀਕ ਹੈ, ਯੈਸਵਗੋਲ ਦਾ ਛਿਲਕਾ ਉਹਨਾਂ ਨੂੰ ਦੇ ਸਕਦੇ ਹਾਂ। ਡਾਕਟਰੀ ਟੀਕੇ ਦੇ ਵਿੱਚ ਉਹਨੂੰ ਲਿਕੁਇਡ ਪੈਰਾਫਿਨ ਦੇ ਸਕਦੇ ਹਾਂ ਅਸੀਂ। ਜਾਨਵਰ ਦੇ ਗੋਬਰ ਤੋਂ ਹੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਇਹਨੇ ਅਗਰ ਗੋਬਰ ਨਹੀਂ ਕੀਤਾ ਜਾਂ ਬਹੁਤ ਹਾਰਡ ਕਰ ਰਿਹਾ ਹੁੰਦਾ ਤਾਂ ਉਹਦੀ ਕਬਜ਼ ਦਾ ਸੋਲੂਸ਼ਨ ਕਰਨਾ ਚਾਹੀਦਾ। ਅਗਰ ਉਹ ਹੱਲ ਹੋ ਜਾਏਗਾ ਤਾਂ ਫਿਰ ਵੀ ਜਾਨਵਰ ਜਿਹੜੇ ਨੇ ਉਹ ਚਾਰਾ ਖਾਣਾ ਸ਼ੁਰੂ ਕਰ ਸਕਦੇ ਨੇ। ਉਹਦੀ ਤੁਸੀਂ ਡਿਵਰਮਿੰਗ ਕਰ ਦਿਓਗੇ, ਇਸ ਦੌਰਾਨ ਵੀ ਉਹਨੂੰ ਡਿਵਰਮਿੰਗ ਦੀ ਜ਼ਰੂਰਤ ਹੋਵੇ ਤਾਂ ਫਿਰ ਵੀ ਉਹਦਾ ਕੋਈ ਸੋਲੂਸ਼ਨ ਹੋ ਸਕਦਾ ਹੈ। ਚੌਥੀ ਵਜ੍ਹਾ ਜਿਹਦੀ ਵਜ੍ਹਾ ਨਾਲ ਜਾਨਵਰ ਖਾਣਾ ਖਾਣਾ ਛੱਡ ਸਕਦੇ ਨੇ, ਖੁਰਾਕ ਨਹੀਂ ਖਾਣਾ ਛੱਡ ਸਕਦੇ, ਉਹ ਡਾਇਰੀਆ ਹੋ ਸਕਦਾ। ਉਹਨਾਂ ਨੂੰ ਮੋਸ਼ਨ ਲੱਗੇ ਹੋ ਸਕਦੇ ਨੇ, ਜਿਹਦੀ ਵਜ੍ਹਾ ਨਾਲ ਜਾਨਵਰ ਜਿਹੜੇ ਨੇ ਉਹ ਖਾਣਾ ਛੱਡ ਸਕਦੇ ਨੇ। ਉਹਦਾ ਦੇਸੀ ਹੱਲ ਵੀ ਹੈ ਨੇ। ਅਨਾਰ ਦਾ ਛਿਲਕਾ ਪਲੱਸ ਸੁੰਡ ਅਸੀਂ ਯੂਜ਼ ਕਰ ਸਕਦੇ ਹਾਂ। ਦਹੀਂ ਪਲੱਸ ਸੌਂਫ ਪਲੱਸ ਜਵੈਣ ਦਾ ਪਲੱਸ ਕਾਲਾ ਨਮਕ ਯੂਜ਼ ਕਰ ਸਕਦੇ ਹਾਂ। ਇਸ ਤੋਂ ਇਲਾਵਾ ਡਾਕਟਰੀ ਤਰੀਕੇ ਦੇ ਵਿੱਚ ਉਹਨੂੰ ਅਸੀਂ ਟ੍ਰਾਈਬਰਸਨ ਦਾ ਇੰਜੈਕਸ਼ਨ ਯੂਜ਼ ਕਰਦੇ ਹਾਂ, ਜਾਂ ਐਨਰੋਫਲੋਕਸੀਨ ਯੂਜ਼ ਕਰ ਸਕਦੇ ਹਾਂ, ਜਾਂ ਮਲੋਕਸੀਕੈਮ ਇੰਜੈਕਸ਼ਨ ਯੂਜ਼ ਕਰ ਸਕਦੇ ਹਾਂ। ਜਾਂ ਉਹਨਾਂ ਨੂੰ ਇਸ ਤੋਂ ਬਾਅਦ ਜਿਹੜੇ ਆਪਣਾ ਹੈ ਨੇ ਓਆਰਐਸ ਪਾਊਡਰ, ਇਲੈਕਟ੍ਰੋਲਾਈਟਸ ਪਾਊਡਰ ਜਿਹੜੇ ਨੇ ਉਹ ਉਹਨਾਂ ਨੂੰ ਜ਼ਰੂਰ ਦੇਣਾ, ਤਾਂ ਕਿ ਉਹਨਾਂ ਨੂੰ ਪਾਣੀ ਦੀ ਕਮੀ ਨਾ ਹੋਵੇ। ਜਦੋਂ ਜਾਨਵਰ ਹਰ ਤਰ੍ਹਾਂ ਨਾਲ ਤੁਸੀਂ ਉਹਦੀ ਕੇਅਰ ਕਰ ਲਓਗੇ ਤਾਂ ਇਨਸ਼ਾਅੱਲਾ ਉਹ ਦੁਬਾਰਾ ਆਪਣੇ ਰੂਟੀਨ ਨਾਲ ਜਿਹੜਾ ਚਾਰਾ ਖਾਂਦਾ ਨਾ ਉੱਤੇ ਉਹ ਵਾਪਸ ਆ ਜਾਏਗਾ, ਔਰ ਤੁਹਾਡੀ ਕਿਸੇ ਵੀ ਕਿਸਮ ਪਰੇਸ਼ਾਨੀ ਤੋਂ ਤੁਹਾਡੀ ਜਿਹੜੀ ਨਾ ਉਹ ਨਿਜਾਤ ਖਤਮ ਹੋ ਜਾਏਗੀ। ਜਾਨਵਰ ਨੂੰ ਕੋਈ ਮਸਲਾ ਬਣੇ, ਉਹ ਚਾਰਾ ਛੱਡੇ ਤਾਂ ਉਸ ਫੌਰੀ ਤੌਰ 'ਤੇ ਖੁਦ ਦੇ ਤੌਰ 'ਤੇ ਮੁਆਇਨਾ ਕਰਨ ਦੀ ਕੋਸ਼ਿਸ਼ ਕਰਿਆ ਕਰੋ ਕਿ ਆਇਆ ਕਿਹਨੇ ਕਿਉਂ ਛੱਡਿਆ, ਇਹਨੂੰ ਅਫਾਰਾ ਤਾਂ ਨਹੀਂ ਹੋਇਆ, ਇਹਨੂੰ ਕੋਈ ਕਬਜ਼ ਤਾਂ ਨਹੀਂ ਹੋਈ, ਇਹਦਾ ਕੋਈ ਮਿਹਦਾ ਤਾਂ ਡਿਸਟਰਬ ਨਹੀਂ, ਜਾਂ ਇਹਦੀ ਡਿਵਰਮਿੰਗ ਤਾਂ ਨਹੀਂ ਹੋਣ ਵਾਲੀ, ਜਾਂ ਇਹਨੂੰ ਕੋਈ ਜ਼ਿਆਦਾ ਮੋਸ਼ਨ ਤਾਂ ਨਹੀਂ ਲੱਗੇ। ਪਰੇਸ਼ਾਨ ਹੋਣ ਦੀ ਬਜਾਏ ਉਹਦੇ ਸਲੂਸ਼ਨ ਨੂੰ ਤਲਾਸ਼ ਕਰਨ ਦੀ ਕੋਸ਼ਿਸ਼ ਕਰਿਆ ਕਰੋ, ਤਾਂ ਕਿ ਜਾਨਵਰ ਜਲਦੀ ਤੋਂ ਜਲਦੀ ਆਪਣੀ ਰਿਕਵਰੀ 'ਤੇ ਆਵੇ। ਔਰ ਲਾਸਟ 'ਤੇ ਮੈਂ ਇੰਨਾ ਹੀ ਕਹਿਣਾ ਚਾਹਾਂਗਾ, ਅਗਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਜਾਨਵਰ ਸਿਹਤਮੰਦ ਰਹਿਣ, ਦੁੱਧ ਦੇਣ, ਉਹਨਾਂ ਦੀ ਜਿਹੜੀ ਖੱਲ ਹੈ ਉਹ ਚਮਕਦੀ ਹੋਵੇ, ਉਹ ਖੂਬਸੂਰਤ ਲੱਗਣ, ਅਤੇ ਉਹਨਾਂ ਦੀ ਖੁਰਾਕ ਦਾ, ਉਹਨਾਂ ਦੇ ਮਿਹਦੇ ਦਾ, ਉਹਨਾਂ ਦੀ ਸਫਾਈ ਦਾ ਖਾਸ ਖਿਆਲ ਰੱਖਿਆ ਕਰੋ। ਇਹ ਜਾਨਵਰ ਹੀ ਤੁਹਾਡਾ ਸਾਰਾ ਕੁਝ ਅਹਿਸਾਸ ਆ। ਇਹਨਾਂ ਨਾਲ ਪਿਆਰ ਕਰਿਆ ਕਰੋ। ਇਹਨਾਂ ਨਾਲ ਪਿਆਰ ਕਰੋਗੇ ਤਾਂ ਅੱਲਾ ਤੁਹਾਡੇ 'ਤੇ ਖੁਸ਼ ਹੋ ਜਾਏਗਾ, ਅਤੇ ਆਟੋਮੈਟਿਕਲੀ ਤੁਹਾਡੇ ਕੰਮ 'ਚ ਬਰਕਤ ਆ ਜਾਏਗੀ। ਅਤੇ ਜੇ ਮੇਰੀ ਅੱਜ ਦਾ ਟੌਪਿਕ ਤੁਹਾਨੂੰ ਪਸੰਦ ਆਇਆ ਹੋਵੇ ਤਾਂ ਵੀਡੀਓ ਨੂੰ ਲਾਈਕ ਕਰੋ, ਇਹਨੂੰ ਚੈਨਲ ਮੇਰੇ ਨੂੰ ਸਬਸਕ੍ਰਾਈਬ ਕਰ ਲਓ, ਤਾਂ ਕਿ ਮੈਂ ਮਜ਼ੀਦ ਇਸ ਜਿਹੜੀਆਂ ਨਾ ਇਸ ਮੌਜੂ 'ਤੇ ਜਾਨਵਰਾਂ 'ਤੇ ਮੌਜੂ 'ਤੇ ਡੇਲੀ ਲਾਈਫ ਸਟਾਈਲ 'ਤੇ ਵੀਡੀਓ ਬਣਾਉਂਦਾ ਰਹਾਂ। ਇਹਦੇ ਨਾਲ ਮੇਰੀ ਵੀ ਹੌਸਲਾ ਅਫਜ਼ਾਈ ਹੁੰਦੀ ਕਿ ਚਲੋ ਮੇਰੇ ਦੋਸਤ, ਮੇਰੇ ਭਰਾ, ਮੇਰੇ ਫਾਰਮਰ ਦੋਸਤ ਮੇਰੀਆਂ ਚੀਜ਼ਾਂ ਨੂੰ, ਮੇਰੀ ਮਿਹਨਤ ਨੂੰ ਪਸੰਦ ਕਰਨ ਦੇ ਨੇ। ਅਤੇ ਇਸ ਉਮੀਦ ਨਾਲ ਹੀ ਕਿ ਇਨਸ਼ਾਅੱਲਾ ਫਿਰ ਮੁਲਾਕਾਤ ਹੋਏਗੀ, ਮਿਲਦੇ ਰਹਾਂਗੇ। ਅਤੇ ਤੁਹਾਡੇ ਦੋਸਤ ਕਿਸੇ ਨੂੰ ਵੀ ਕੋਈ ਮਸਲਾ ਹੋਵੇ, ਉਹਨੇ ਪੁੱਛਣਾ ਹੋਵੇ, ਤਾਂ ਤੁਸੀਂ ਮੈਨੂੰ ਮੇਰੀ ਵੀਡੀਓ ਥੱਲੇ ਕਮੈਂਟਸ ਕਰ ਸਕਦੇ ਹੋ। ਇਨਸ਼ਾਅੱਲਾ ਤੁਹਾਨੂੰ ਫੌਰੀ ਉਹਦਾ ਰਿਪਲਾਈ, ਉਹਦਾ ਹੱਲ, ਉਹਦਾ ਸੋਲੂਸ਼ਨ ਦੱਸਿਆ ਜਾਏਗਾ। ਅੱਲਾ ਹਾਫਿਜ਼।